ਹੈਲੋ ਸਟੂਡੈਂਟਸ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ TM ਐਜੂਕੇਸ਼ਨ ਦੇ ਉੱਪਰ। ਤੇ ਜਿਵੇਂ ਮੈਟ੍ਰਿਕਸ ਆਪਾਂ ਫਸਟ ਪਾਰਟ ਕੱਲ੍ਹ ਲੈ ਕੇ ਆਏ ਸੀਗੇ, ਸੋ ਅੱਜ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਏ ਜੀ ਮੈਟ੍ਰਿਕਸ ਦਾ ਪਾਰਟ ਸੈਕਿੰਡ। ਇਹਦੇ ਵਿੱਚ ਆਪਾਂ ਕੀ ਕਰਾਂਗੇ ਜੀ, MCQs ਹੀ ਡਿਸਕਸ ਕਰਾਂਗੇ, ਠੀਕ ਹੈ ਜੀ ਮੇਨਲੀ। ਤੇ ਸਟਾਰਟ ਕਰਦੇ ਹਾਂ ਜੀ, ਜ਼ਿਆਦਾ ਟਾਈਮ ਵੇਸਟ ਕਰੇ ਬਿਨਾ। ਤੇ ਆਈ ਥਿੰਕ ਤੁਸੀਂ ਦੇਖਿਆ ਜਿਨ੍ਹਾਂ ਨੇ, ਠੀਕ ਹੈ, ਉਹ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ, ਨਾਲੇ ਕਮੈਂਟ ਕਰ ਦਿਆ ਕਰੋ ਜੇ ਕੋਈ ਪ੍ਰੋਬਲਮ ਹੁੰਦੀ ਹੈ, ਜਾਂ ਜਿਵੇਂ ਤੁਸੀਂ ਚਾਹੁੰਦੇ ਹੋ ਉਸ ਹਿਸਾਬ ਦੇ ਨਾਲ ਆਪਾਂ ਉਹਨੂੰ ਸਟਾਰਟ ਕਰ ਲਈਏ, ਹੈ ਨਾ। ਚਲੋ ਜੀ, ਬਹੁਤਾ ਟਾਈਮ ਵੇਸਟ ਨਾ ਕਰਦੇ ਹੋਏ ਡਾਇਰੈਕਟਲੀ ਕੁਐਸਚਨਸ ਤੇ ਆਉਂਦੇ ਹਾਂ। ਸੋ ਪਹਿਲਾ ਕੁਐਸਚਨ ਹੈ ਜੀ, ਮੈਟ੍ਰਿਕਸ A ਇਕੁਅਲਸ ਟੂ ਦਿਸ ਵਨ ਇਜ਼। ਹੁਣ ਦੱਸਣਾ ਕਿ ਇਹ ਮੈਟ੍ਰਿਕਸ ਹੈ ਜੋ, ਇਹ ਕਿਹੜੀ ਮੈਟ੍ਰਿਕਸ ਹੈ ਜੀ, ਸਕੁਅਰ ਮੈਟ੍ਰਿਕਸ ਹੈ, ਡਾਇਗਨਲ ਹੈ, ਯੂਨਿਟ ਹੈ, ਜਾਂ ਨਨ ਮੈਟ੍ਰਿਕਸ ਹੈ, ਠੀਕ ਹੈ ਜੀ। ਨਨ ਸੌਰੀ ਜ਼ੀਰੋ ਹੋ ਜਾਏਗਾ ਤੁਹਾਡੇ ਕੋਲ। ਇਸ ਤੋਂ ਬਾਅਦ ਆਪਾਂ ਨੇ ਕੀ ਗੱਲ ਕਰਨੀ ਹੈ ਜੀ, ਹੁਣ ਫਰਦਰ ਦੇਖੀਏ ਤਾਂ ਇਹ ਆਪਣੇ ਕੋਲ ਬਣ ਜਾਏਗੀ 3x3 ਮੈਟ੍ਰਿਕਸ। ਪਹਿਲੀ ਗੱਲ ਆਰਡਰ ਆ ਗਿਆ, ਆਰਡਰ ਕੀ ਆ ਗਿਆ ਜੀ 3x3। ਸੋ ਹੁਣ ਆਪਾਂ ਨੇ ਕੀ ਕਹਿਣਾ ਹੈ ਵੀ ਜਿਹੜੀ ਸੇਮ ਆਰਡਰ ਦੀ, ਕਿਉਂਕਿ 1 2 3 ਰੋਜ਼ 1 2 3 ਕਾਲਮਸ, ਯਾਨੀ ਕਿ ਸਕੁਅਰ ਮੈਟ੍ਰਿਕਸ ਤਾਂ ਇਹ ਹੋਏਗੀ, ਇਹ ਗੱਲ ਤਾਂ ਸ਼ਿਓਰ ਆ ਸਾਨੂੰ। ਤੇ ਸੈਕਿੰਡ ਆਪਾਂ ਚੈੱਕ ਕਰੋ ਜੀ ਕਿ ਡਾਇਗਨਲ ਤਾਂ ਨਹੀਂ ਹੈਗੀ। ਹੁਣ ਡਾਇਗਨਲ ਦੀ ਗੱਲ ਕਰੀ ਜਾਵੇ, ਡਾਇਗਨਲ 'ਚ ਆਪਾਂ ਨੇ ਦੱਸਿਆ ਸੀ ਤੁਹਾਨੂੰ ਕਿ ਆਹ ਡਾਇਗਨਲ ਪਾਰਟ ਹੈ ਜਿਹੜਾ, ਇਹਨੂੰ ਛੱਡ ਕੇ ਬਾਕੀ ਸਾਰੇ 0 0 ਹੋ ਜਾਣੇ ਚਾਹੀਦੇ ਨੇ। ਕੱਲ ਮੈਂ ਤੁਹਾਨੂੰ ਟਾਈਪਸ ਜੋ ਕਰਵਾਈਆਂ ਨੇ ਉਹਦੇ ਵਿੱਚ ਦੱਸਿਆ ਸੀ ਕਿ ਡਾਇਗਨਲ ਨੂੰ ਛੱਡ ਕੇ ਉੱਪਰ ਤੇ ਨੀਚੇ ਸਾਰਾ ਕੁਝ 0 ਹੋਵੇ, ਪਰ ਇਹਦੇ ਵਿੱਚ ਤਾਂ 4 4 ਪਿਆ, 0 0 ਨਹੀਂ ਹੈਗਾ। ਸੋ ਡਾਇਗਨਲ ਤਾਂ ਕਦੇ ਵੀ ਨਹੀਂ ਹੋ ਸਕਦੀ, ਠੀਕ ਹੈ ਜੀ। ਸੋ ਅੱਗੇ ਜੀ ਆਪਾਂ ਕਹਿ ਦਈਏ ਯੂਨਿਟ ਮੈਟ੍ਰਿਕਸ। ਯੂਨਿਟ ਮੈਟ੍ਰਿਕਸ ਕਿਹੜੀ ਹੁੰਦੀ ਹੈ ਜੀ, ਆਈਡੈਂਟੀਟੀ ਮੈਟ੍ਰਿਕਸ ਹੁੰਦੀ ਹੈ ਯੂਨਿਟ ਮੈਟ੍ਰਿਕਸ, ਠੀਕ ਹੈ ਜੀ। ਕਿਹੜੀ ਮੈਟ੍ਰਿਕਸ ਹੁੰਦੀ ਹੈ ਜੀ, ਆਈਡੈਂਟੀਟੀ ਮੈਟ੍ਰਿਕਸ ਹੁੰਦੀ ਹੈ। ਸੋ ਆਈਡੈਂਟੀਟੀ ਮੈਟ੍ਰਿਕਸ ਤਾਂ ਕਿਤੇ ਵੀ ਨਜ਼ਰ ਨਹੀਂ ਆ ਰਹੀ, ਕਿਉਂਕਿ ਉਹ ਕਿਹੜੀ ਫਾਰਮ 'ਚ ਹੋਏਗੀ, 1 0 0 0 1 0 0 0 1। ਯਾਨੀ ਕਿ ਇੱਕ ਗੱਲ ਹੋਰ ਵੀ ਯਾਦ ਰੱਖ ਲਿਓ ਜੀ ਯੂਨਿਟ ਮੈਟ੍ਰਿਕਸ ਬਾਰੇ। ਪਹਿਲੀ ਗੱਲ ਤਾਂ ਕਿ ਜਿਹੜੀ ਆਈਡੈਂਟੀਟੀ ਮੈਟ੍ਰਿਕਸ ਜਾਂ ਯੂਨਿਟ ਮੈਟ੍ਰਿਕਸ ਹੁੰਦੀ ਹੈ ਨਾ, ਇਹਦੇ ਵਿੱਚ ਡਾਇਗਨਲਸ ਨੇ ਜਿਹੜੇ ਉਹ ਕੀ ਹੋਣਗੇ ਜੀ, 1 1 ਹੋਣਗੇ। ਯਾਨੀ ਕਿ ਇੱਕ ਨੰਬਰ ਆਉਂਦਾ ਹੁੰਦਾ ਨਾ ਐਵੇਂ, ਕਿ ਡਾਇਗਨਲ ਹੈ ਜਿਹੜਾ ਉਹਦੇ ਕੀ ਹੋਏਗਾ, 1 ਹੋਏਗਾ। ਸੋ ਆਨਸਰ ਕੀ ਆ ਜਾਏਗਾ ਜੀ, ਇਸ ਦਾ ਸਕੁਅਰ ਮੈਟ੍ਰਿਕਸ, ਕੱਲੀ ਸਕੁਅਰ ਮੈਟ੍ਰਿਕਸ ਹੀ ਹੋਏਗੀ ਇਹ। ਇਸ ਤੋਂ ਬਾਅਦ ਸੈਕਿੰਡ ਕੁਐਸਚਨ ਹੈ ਜੀ। ਸੈਕਿੰਡ ਕੁਐਸਚਨ ਵਿੱਚ ਦੇਖੋ, ਦ ਟੋਟਲ ਨੰਬਰ ਆਫ ਪੋਸੀਬਲ ਮੈਟ੍ਰਿਸਿਸ ਆਫ ਆਰਡਰ 3x3, ਠੀਕ ਹੈ ਜੀ। 3x3 ਆਰਡਰ ਦੀ ਆਪਾਂ ਗੱਲ ਕਰੀਏ ਤਾਂ ਆਪਣੇ ਕੋਲ ਐਲੀਮੈਂਟਸ ਕਿੰਨੇ ਨੇ, 0 ਔਰ 1 ਦੇ। ਟੋਟਲ ਨੰਬਰ ਆਫ ਐਲੀਮੈਂਟਸ, ਨੰਬਰ ਆਫ ਪੋਸੀਬਲ ਮੈਟ੍ਰਿਸਿਸ ਪਤਾ ਕਰਨੀਆਂ ਕਿ ਕਿੰਨੀਆਂ ਆਪਾਂ ਮੈਟ੍ਰਿਸਿਸ ਬਣਾ ਸਕਦੇ ਹਾਂ, ਕਾਹਦੀਆਂ ਜੀ, ਆਰਡਰ 3x3। ਇਹ ਗੱਲ ਨੂੰ ਯਾਦ ਰੱਖ ਲਓ ਜੀ, 3x3 ਲਿਆਓ ਪਹਿਲਾਂ ਤਾਂ। ਲਓ ਜੀ 3x3 ਲੈ ਆਉਂਦੇ ਆਪਾਂ, ਯਾਨੀ ਕਿ 1 2 3 1 2 3 ਐਵੇਂ ਫਾਰਮ ਬਣ ਜੂਗੀ। ਹੁਣ ਆਪਾਂ ਦੇਖੀਏ ਕਿ ਆਪਾਂ 3, ਠੀਕ ਹੈ, 3x3 ਆਰਡਰ ਲੈ ਲਈਏ ਪਹਿਲਾਂ, ਸਭ ਤੋਂ ਪਹਿਲਾਂ, ਉਸ ਤੋਂ ਬਾਅਦ ਅੱਗੇ ਦੇਖਦੇ ਹਾਂ। ਹੁਣ ਕਹਿੰਦਾ ਕਿ ਆਪਾਂ ਦੇਖੀਏ ਤਾਂ ਟੋਟਲ ਨੰਬਰ ਆਫ ਪੋਸੀਬਲ ਮੈਟ੍ਰਿਸਿਸ ਆਰਡਰ 3x3 ਹੈਵਿੰਗ ਐਲੀਮੈਂਟਸ, ਜਿਹਦੇ ਐਲੀਮੈਂਟਸ ਕੀ ਹੋਣ ਜੀ, 0 ਹੋਣ ਜਾਂ 1 ਹੋਵੇ। ਯਾਨੀ ਕਿ ਆਹ ਐਲੀਮੈਂਟ ਹੁੰਦੇ ਨੇ 1 2 3। ਹੁਣ ਜਾਂ ਤਾਂ 0 ਹੋਵੇ ਇਸ ਐਲੀਮੈਂਟ ਦੀ ਥਾਂ ਤੇ, ਜਾਂ 1 ਹੋਵੇ। ਇੱਕ ਆਹ ਐਲੀਮੈਂਟ ਹੋਊਗਾ, ਇੱਕ ਆਹ ਐਲੀਮੈਂਟ ਹੋਊਗਾ। 3x3 ਦੀ ਮੈਟ੍ਰਿਕਸ ਬਣਾਈ ਹੈ ਨਾ ਆਪਾਂ ਨੇ। ਹੁਣ ਇਹਦੇ ਵਿੱਚ ਵੀ ਜਾਂ 0 ਜਾਂ 1, ਇਹਦੇ ਵਿੱਚ ਵੀ ਜਾਂ 0 ਜਾਂ 1, ਇਹਦੇ ਵਿੱਚ ਵੀ 0 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 1, ਇਹਦੇ ਵਿੱਚ ਵੀ ਜਾਂ 0 ਜਾਂ 1, ਜਾਂ 0 ਜਾਂ 1 ਲਿਖਿਆ ਜਾ ਸਕਦਾ। ਹੁਣ ਤੁਸੀਂ ਧਿਆਨ ਨਾਲ ਦੇਖੋ ਜੀ ਕਿ ਆਪਣੇ ਕੋਲ ਨੰਬਰ ਆਫ ਵੇਜ਼ ਕਿਵੇਂ ਪਤਾ ਕਰੀਦੇ ਹੁੰਦੇ ਨੇ, ਠੀਕ ਹੈ ਜੀ। ਸੋ ਹੁਣ ਪਹਿਲੀ ਮੈਟ੍ਰਿਕਸ ਹੈ, ਪਹਿਲੀ ਐਲੀਮੈਂਟ ਆ, ਉਹਦੇ ਵਿੱਚ ਕਿੰਨੇ ਹੋ ਸਕਦੇ ਆ ਜੀ, ਆਪਣੇ ਕੋਲ 2 ਤਰੀਕੇ ਹੋ ਸਕਦੇ ਨੇ, ਲਓ ਜੀ 2 ਤਰੀਕੇ ਹੋ ਗਏ, ਠੀਕ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਮਲਟੀਪਲਾਈ। ਹੁਣ ਅਗਲੇ ਐਲੀਮੈਂਟ ਦੇ ਵਿੱਚ ਕਿੰਨੇ ਤਰੀਕੇ ਨੇ, 2 ਤਰੀਕੇ ਨੇ ਜੀ, ਅਗਲੇ 'ਚ ਫੇਰ 2 ਤਰੀਕੇ ਨੇ ਜੀ, ਅਗਲੇ 'ਚ ਫੇਰ 2 ਤਰੀਕੇ ਨੇ ਜੀ, ਅਗਲੇ 'ਚ ਫੇਰ 2 ਤਰੀਕੇ ਨੇ, ਫੇਰ 2 ਤਰੀਕੇ ਆ ਗਏ ਜੀ, ਫੇਰ 2 ਵੇਜ਼ ਹੋ ਸਕਦੇ ਨੇ, ਫੇਰ ਲਾਸਟ 'ਚ ਵੀ 2 ਵੇਜ਼। ਯਾਨੀ ਕਿ 1 2 3 4 5 6 7 8 9, ਯਾਨੀ 2 ਰੇਜ਼ ਟੂ ਪਾਵਰ ਕੀ ਆ ਜਾਏਗੀ ਜੀ, 9 ਆ ਜਾਏਗੀ। ਯਾਨੀ 2 ਰੇਜ਼ ਟੂ ਪਾਵਰ 9 ਕਰਾਂਗੇ ਤਾਂ 512 ਆਨਸਰ ਇਸ ਦਾ ਆ ਜਾਏਗਾ। ਲਓ ਜੀ ਆਪਸ਼ਨ ਨੰਬਰ ਕੀ ਆ ਜਾਊਗਾ ਜੀ, B ਨੰਬਰ ਆਪਸ਼ਨ ਹੈ ਜਿਹੜਾ ਤੁਹਾਡਾ ਕਰੈਕਟ ਆ ਜਾਏਗਾ। ਸੋ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਆਪਾਂ ਜੇ ਹੋਰ ਕੋਈ ਚੀਜ਼ ਆ ਜਾਵੇ, ਆਪਾਂ ਨੂੰ 2x2 ਦੀ ਆ ਜਾਵੇ, ਜਾਂ 4x3 ਆ, ਜਾਂ ਆਪਣੇ ਕੋਲ ਕਹਿ ਸਕਦੇ ਹਾਂ ਨਾ ਕਿ 4x4 ਆ ਜਾਵੇ, ਕੁਛ ਐਵੇਂ ਦੀ ਚੀਜ਼ ਆ ਜਾਵੇ, ਤਾਂ ਆਪਾਂ ਡਾਇਰੈਕਟਲੀ ਕਿਵੇਂ ਕਰੀਏ। ਅੱਜ ਕਿ ਲੰਬਾ ਪ੍ਰੋਸੈਸ ਹੋ ਗਿਆ, ਸੋ ਇਹਦੀ ਸ਼ਾਰਟ ਟ੍ਰਿਕ ਯਾਦ ਕਰ ਲਿਓ ਜੀ। ਸ਼ਾਰਟ ਟ੍ਰਿਕ ਹੈ, ਜਿੰਨੇ ਨੰਬਰ ਆਫ ਵੇਜ਼ ਹੁੰਦੇ ਨੇ ਉਹਦੀ ਪਾਵਰ ਕਰ ਦਈਦੀ ਆ ਆਰਡਰ ਦੀ ਮਲਟੀਪਲੀਕੇਸ਼ਨ, ਮੈਟ੍ਰਿਕਸ ਦੀ ਵੇਜ਼ ਉੱਪਰ ਮਲਟੀਪਲੀਕੇਸ਼ਨ ਆਰਡਰ ਦੀ। ਹੁਣ ਵੇਜ਼ ਦੇਖੋ, ਧਿਆਨ ਨਾਲ ਦੇਖੋ ਇਸ ਕੁਐਸਚਨ ਤੇ ਜਾ ਕੇ। ਹੁਣ ਇਹਦੇ ਵੇ ਕੀ ਨੇ, ਯਾਨੀ ਤਰੀਕੇ ਕਿੰਨੇ ਹੋ ਸਕਦੇ ਨੇ, ਜਾਂ 0 ਜਾਂ 1, ਯਾਨੀ 2 ਵੇਜ਼ ਨੇ। ਹੁਣ ਸ਼ਾਰਟ ਟ੍ਰਿਕ ਦੇ ਨਾਲ ਮੈਂ ਕਰਵਾਉਣ ਲੱਗਿਆ ਜੀ ਤੁਹਾਨੂੰ, ਠੀਕ ਹੈ। 2
ਤਰੀਕੇ ਹੋ ਸਕਦੇ ਨੇ, ਜਾਂ 0 ਜਾਂ 1। ਤੇ ਉੱਪਰ ਆਪਾਂ ਲਿਖਣਾ ਜੀ ਮੈਟ੍ਰਿਕਸ ਦਾ ਆਰਡਰ। ਮੈਟ੍ਰਿਕਸ ਕਿਹੜੇ ਆਰਡਰ ਦੀ ਆ? ਮੈਟ੍ਰਿਕਸ ਆਰਡਰ ਦੀ ਹੈ ਜੀ 3/3 ਦੀ ਆ। ਸੋ ਆਪਾਂ ਕੀ ਲਿਖ ਸਕਦੇ ਆ ਜੀ ਉੱਪਰ 3 × 3। ਸੋ 2 raised to power 3 3 ਦਾ 9, ਡੈਟ ਇਜ਼ 512। ਆਨਸਰ ਸੇਮ ਆ ਗਿਆ ਜੀ। ਸੋ ਤੁਸੀਂ ਕੋਈ ਵੀ ਕੁਐਸਚਨ ਆ ਜਾਵੇ ਤੁਹਾਨੂੰ, ਤੁਸੀਂ ਇਸ ਟ੍ਰਿਕ ਦੇ ਨਾਲ ਵੀ ਕਰ ਸਕਦੇ ਹੋ, ਅਦਰਵਾਈਜ਼ ਤੁਹਾਨੂੰ ਕਨਸੈਪਟ ਵੀ ਮੈਂ ਸਮਝਾਤਾ ਜੀ। ਇਸ ਤੋਂ ਬਾਅਦ ਹੁਣ ਨੈਕਸਟ ਕੁਐਸਚਨ ਆਪਾਂ ਦੇਖਦੇ ਹਾਂ। ਇਸ ਤੋਂ ਬਾਅਦ ਜੀ ਥਰਡ ਕੁਐਸਚਨ ਦੇਖੋ, ਇਸ ਦੇ ਵਿੱਚ ਮੈਂ ਇੱਕ ਮੈਟ੍ਰਿਕਸ ਦਿੱਤੀ ਹੋਈ ਹੈ ਜੀ, ਤੁਸੀਂ ਦੱਸਣਾ ਹੈ, ਹੋਮਵਰਕ ਆ ਤੁਹਾਡਾ, ਕਮੈਂਟ ਕਰਿਓ ਹੋਮਵਰਕ ਦੇ ਵਿੱਚ ਇਹ ਆਪਾਂ ਕਿ ਸਕੇਅਰ ਹੈ, ਡਾਇਗਨਲ ਹੈ, ਜਾਂ ਸਕੇਲਰ ਹੈ, ਜਾਂ ਆਇਡੈਂਟੀਟੀ ਹੈ, ਜਾਂ ਇਹਨਾਂ ਚੋਂ ਜ਼ਿਆਦਾ ਵੀ ਹੋ ਸਕਦੀਆਂ ਨੇ, ਜਾਂ ਹੋ ਸਕਦਾ ਕੋਈ ਹੋਵੇ ਨਾ। ਠੀਕ ਹੈ, ਵੀ ਕਿੰਨੇ ਨੇ, ਵੀ ਇਹ ਸਕੇਅਰ ਹੈ, ਇਹ ਡਾਇਗਨਲ ਹੈ, ਜਾਂ ਸਕੇਲਰ ਹੈ, ਆਇਡੈਂਟੀਟੀ ਹੈ, ਵੀ ਇਹ ਕੀ ਹੈ, ਉਹ ਤੁਸੀਂ ਕਮੈਂਟ ਕਰਨਾ। ਇੱਕ ਅੱਛੀ ਮੈਟ੍ਰਿਕਸ ਹੈ, ਠੀਕ ਹੈ ਜੀ, ਇਹਨੂੰ ਦੇਖ ਲਿਓ, ਅੱਛੇ ਤਰੀਕੇ ਦੇ ਨਾਲ ਸੋਲਵ ਕਰ ਲਿਓ। ਇਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਜੀ ਮਲਟੀਪਲੀਕੇਸ਼ਨ ਦੇ ਉੱਤੇ। ਬਹੁਤ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਜੀ ਮਾਸਟਰ ਕੈਡਰ ਦੇ ਵਿੱਚ। ਕਿੱਦਾਂ ਕੁਐਸਚਨ ਆ ਸਕਦਾ ਕਿ ਜਿਹੜੀ ਆਪਣੇ ਕੋਲ ਮੈਟ੍ਰਿਕਸ ਹੈ, ਮਲਟੀਪਲੀਕੇਸ਼ਨ ਕਿਵੇਂ ਕਰੀਏ ਇਹਨਾਂ ਦੀ। ਮੈਟ੍ਰਿਕਸ ਆਪਣੇ ਕੋਲ ਦੋ ਹੋ ਗਈਆਂ ਜੀ, ਕਾਹਾ ਕੋਈ ਮੈਟ੍ਰਿਕਸ, ਇੱਕ ਕਾਹਾ ਕੋਈ ਮੈਟ੍ਰਿਕਸ। ਇਹ ਮੰਨ ਲਓ ਫੋਰ ਐਗਜ਼ਾਮਪਲ ਕੋਈ m × n ਆਰਡਰ ਦੀ ਹੈ ਜੀ, ਇਹ ਮੈਟ੍ਰਿਕਸ ਹੈ ਜੀ n × k ਆਰਡਰ ਦੀ। ਤਾਂ ਮਲਟੀਪਲੀਕੇਸ਼ਨ ਤੋਂ ਬਾਅਦ ਕੀ ਬਣੇਗਾ ਮੈਂ ਦੱਸਦਾ ਬਾਅਦ ਚ। ਸੋ ਜੇਕਰ ਇਹ ਜਿਹੀਆਂ ਦੋ ਮੈਟ੍ਰਿਕਸ ਆ ਜਾਣ, ਪਹਿਲੀ ਗੱਲ ਤਾਂ ਇਹ ਸਕੇਅਰ ਮੈਟ੍ਰਿਕਸ ਹੋਣੀਆਂ ਚਾਹੀਦੀਆਂ ਨੇ, ਜਾਂ ਦੂਸਰੀਆਂ ਹੋਣੀਆਂ ਚਾਹੀਦੀਆਂ ਨੇ। ਠੀਕ ਹੈ, ਇਸ ਤੋਂ ਬਾਅਦ ਆਪਾਂ ਕੀ ਕਰੀਏ ਹੁਣ, ਸਕੇਅਰ ਤਾਂ ਆਪਣੇ ਕੋਲ ਕੋਈ ਜ਼ਰੂਰੀ ਨਹੀਂ ਕਿ ਸਕੇਅਰ ਹੋਣੀਆਂ ਚਾਹੀਦੀਆਂ ਨੇ, ਮੈਂ ਇਹ ਗੱਲ ਬੋਲ ਰਿਹਾ ਕਿ ਜ਼ਰੂਰੀ ਨਹੀਂ ਕਿ ਸਕੇਅਰ ਹੀ ਹੋਣੀਆਂ ਚਾਹੀਦੀਆਂ ਨੇ ਜਾਂ ਦੂਸਰੀਆਂ ਹੋਣੀਆਂ ਚਾਹੀਦੀਆਂ, ਜੋ ਮਰਜ਼ੀ ਮੈਟ੍ਰਿਕਸ ਹੋਵੇ, ਨੋ ਡਾਊਟ। ਬਟ ਇਹ ਗੱਲ ਦਾ ਧਿਆਨ ਰੱਖਣਾ ਬਈ ਜੇ ਪਹਿਲਾਂ ਆਪਣੇ ਕੋਲ ਨੰਬਰ ਆਫ ਕੀ ਸੀਗੇ ਜੀ, ਰੋਜ਼ ਸੀ, ਫਿਰ ਕਾਲਮ ਸੀਗੇ। ਹੁਣ ਯਾਨੀ ਕਿ ਨੰਬਰ ਆਫ ਕਾਲਮਸ ਦੂਸਰੀ ਮੈਟ੍ਰਿਕਸ ਦੀ ਨੰਬਰ ਆਫ ਰੋ ਬਣਨੀ ਚਾਹੀਦੀ ਆ। ਜਿਹੜੀ ਇਹਦੇ ਵਿੱਚ ਨੰਬਰ ਆਫ ਕਾਲਮ ਹੋਏਗਾ ਜੀ, ਉਹ ਜਿਹੜੀ ਮਲਟੀਪਲਾਈ ਹੋ ਰਹੀ ਹੈ ਉਸ ਮੈਟ੍ਰਿਕਸ ਦੀ ਨੰਬਰ ਆਫ ਰੋ ਬਣਨੀ ਚਾਹੀਦੀ ਹੈ। ਯਾਨੀ ਇਹ ਦੋਹੇ ਕੀ ਹੋਣੀ ਚਾਹੀਦੀਆਂ ਨੇ ਜੀ, ਸੇਮ ਹੋਣੀਆਂ ਚਾਹੀਦੀਆਂ ਨੇ ਚੀਜ਼ਾਂ। ਫਿਰ ਆਪਾਂ ਕਹਿ ਦਾਂਗੇ ਕਿ ਮਲਟੀਪਲੀਕੇਸ਼ਨ ਪੋਸੀਬਲ ਹੈ। ਜੇ ਪੋਸੀਬਲ ਹੈ ਤਾਂ ਆਰਡਰ ਕੀ ਹੋਏਗਾ ਉਸ ਮਲਟੀਪਲੀਕੇਸ਼ਨ ਦਾ? ਆਰਡਰ ਹੋਊਗਾ ਜੀ m × k। ਲਓ ਜੀ, ਇਸ ਤੋਂ ਆਪਾਂ ਗੱਲ ਕਰ ਸਕਦੇ ਹਾਂ ਕਿ ਇਹ ਆਰਡਰ ਹੋ ਜਾਏਗਾ ਜੀ ਮੈਟ੍ਰਿਕਸ ਦਾ ਕੋਈ ਵੀ m × k, m × k ਆਰਡਰ ਹੋ ਜਾਊਗਾ ਇਸਦਾ। ਠੀਕ ਹੈ ਜੀ, ਇਹ ਦੋਹੇ ਬਰਾਬਰ ਹੋ ਜਾਣਗੀਆਂ, ਖਤਮ ਹੋ ਜਾਣਗੀਆਂ। ਹੁਣ ਦੇਖ ਲਓ ਐਗਜ਼ਾਮਪਲ ਦੇ ਤੌਰ ਤੇ, ਜਿਵੇਂ ਕੋਈ ਮੈਟ੍ਰਿਕਸ ਹੈ 2/3 ਦੀ ਹੈ ਜੀ, ਤੇ ਉਹਨੂੰ ਮਲਟੀਪਲਾਈ ਕਰਵਾ ਦਈਏ 3/4 ਦੇ ਨਾਲ, ਤਾਂ ਦੇਖੋ 3 ਦੋਹਾਂ ਦੇ ਵਿੱਚ ਸੇਮ ਆ ਗਿਆ ਜੀ। ਯਾਨੀ ਕਿ ਇਸ ਮਲਟੀਪਲੀਕੇਸ਼ਨ ਤੋਂ ਬਾਅਦ ਆਰਡਰ ਕੀ ਬਣ ਜਾਏਗਾ? 2 4। ਹਲੋ ਜੀ 2 4। ਠੀਕ ਹੈ ਜੀ, 2 × 4 ਬਣ ਗਿਆ। ਯਾਨੀ ਹੁਣ ਆਪਾਂ ਮਲਟੀਪਲੀਕੇਸ਼ਨ ਮੈਟ੍ਰਿਕਸ ਦੀ ਕਰਵਾ ਕੇ ਉਹਦਾ ਆਰਡਰ ਪਤਾ ਕਰ ਸਕਦੇ ਹਾਂ ਡਾਇਰੈਕਟਲੀ ਕਿ ਕੀ ਆਰਡਰ ਦੀ ਮੈਟ੍ਰਿਕਸ ਹੈ ਜਿਹੜੀ ਬਣਨ ਜਾ ਰਹੀ ਹੈ। ਇਹ ਪੇਪਰ 'ਚ ਕੁਐਸਚਨ ਐਜ਼ ਇਟ ਇਜ਼ ਆ ਜਾਂਦਾ ਹੈ। ਇਹ ਤੁਸੀਂ ਧਿਆਨ ਦਿਓ ਤਾਂ 2011 ਦੇ ਵਿੱਚ ਜਿਹੜਾ 10 ਦੇ ਵਿੱਚ SSC ਦਾ ਪੇਪਰ ਹੋਇਆ ਸੀਗਾ, ਉਸ ਦੇ ਵਿੱਚ ਡਾਇਰੈਕਟਲੀ ਕੁਐਸਚਨ ਆ ਗਿਆ ਸੀ। ਪਹਿਲੀ ਗੱਲ ਤਾਂ ਨੋਟ, ਮਲਟੀਪਲੀਕੇਸ਼ਨ ਕਦੋਂ ਪੋਸੀਬਲ ਹੈ ਜੀ? ਮਲਟੀਪਲੀਕੇਸ਼ਨ ਇਜ਼ ਪੋਸੀਬਲ ਓਨਲੀ ਵੈਨ, ਜਦੋਂ ਨੰਬਰ ਆਫ ਕਾਲਮਸ ਆਫ ਫਸਟ, ਆ ਦੇਖੋ ਜੀ, ਨੰਬਰ ਆਫ ਕਾਲਮ ਆਫ ਫਸਟ ਇਕੁਅਲ ਹੋ ਜਾਵੇ ਨੰਬਰ ਆਫ ਰੋਜ਼ ਆਫ ਸੈਕਿੰਡ। ਆ ਦੇਖੋ ਜੀ, ਨੰਬਰ ਆਫ ਰੋਜ਼ ਆਫ ਸੈਕਿੰਡ ਆ ਪਿਆ ਆਪਣੇ ਕੋਲ 3, ਹੈ ਨਾ ਜੀ। ਨੰਬਰ ਆਫ ਕਾਲਮ ਆਫ ਫਸਟ, ਨੰਬਰ ਆਫ ਰੋ ਆਫ ਫਸਟ, ਇਹ ਦੋਹੇ ਬਰਾਬਰ ਹੋ ਜਾਣ ਤਾਂ ਮਲਟੀਪਲੀਕੇਸ਼ਨ ਪੋਸੀਬਲ ਆ। ਤੇ ਉਹਦਾ ਆਰਡਰ ਕੀ ਹੋ ਜਾਊਗਾ ਜੀ? ਰੋਜ਼ ਇਧਰੋਂ ਤੇ ਇਧਰੋਂ ਆਪਣੇ ਕੋਲ ਕਾਲਮ, ਯਾਨੀ ਕਿ 2 4 2 4। ਠੀਕ ਹੈ ਜੀ, ਕ੍ਰਾਸ ਕਰਕੇ। ਇਸ ਤੋਂ ਬਾਅਦ ਪ੍ਰੋਪਰਟੀਜ਼ 'ਤੇ ਆ ਜਾਂਦੇ ਆ ਜੀ। ਪ੍ਰੋਪਰਟੀਜ਼ ਦੇ ਵਿੱਚ ਦੇਖੀਏ ਤਾਂ ਪਹਿਲੀ ਪ੍ਰੋਪਰਟੀ ਆ ਜਾਂਦੀ ਹੈ ਜੀ ਹੁਣ ਮਲਟੀਪਲੀਕੇਸ਼ਨ ਦੀਆਂ। ਪ੍ਰੋਪਰਟੀਜ਼ ਕਾਹਦੀਆਂ ਨੇ ਜੀ? ਇਹ ਗੱਲ ਦਾ ਧਿਆਨ ਰੱਖ ਲਿਓ ਜੀ। ਪ੍ਰੋਪਰਟੀਜ਼ ਹੈਗੀਆਂ ਨੇ ਮਲਟੀਪਲੀਕੇਸ਼ਨ ਦੀਆਂ, ਯਾਨੀ ਮਲਟੀਪਲੀਕੇਸ਼ਨ ਦੀਆਂ ਪ੍ਰੋਪਰਟੀਜ਼ ਨੇ। ਪਹਿਲੀ ਪ੍ਰੋਪਰਟੀ ਹੈ ਜੀ ਡਿਸਟ੍ਰੀਬਿਊਟਿਵ। ਡਿਸਟ੍ਰੀਬਿਊਟਿਵ 'ਚ ਦੇਖੋ ਜੀ A ਇੰਟੂ ਬ੍ਰੈਕਟ ਦੇ ਵਿੱਚ B + C ਹੈ ਜੀ, ਤਾਂ ਉਹ ਡਿਸਟ੍ਰੀਬਿਊਟ ਕੱਲੇ ਨੂੰ A ਹੋ ਜਾਏਗਾ ਜੀ, A B ਨੂੰ ਹੋ ਜਾਏਗਾ, ਪਲੱਸ M ਹੀ ਰਹੂਗਾ, A C ਨੂੰ ਹੋ ਜਾਊਗਾ, ਯਾਨੀ ਕਿ AB + AC ਆ ਜਾਏਗਾ। ਉਸ ਤੋਂ ਐਸੋਸੀਏਟਿਵਿਟੀ ਕੀ ਕਹਿੰਦੀ ਹੈ ਕਿ ਆਪਣੇ ਕੋਲ ਜਿਵੇਂ ਹੁਣ ਆਪਾਂ ਨੇ ਪਹਿਲਾਂ ਕੀਤਾ ਸੀਗਾ ਐਡੀਸ਼ਨ ਦੇ ਵਿੱਚ ਕਿ A + ਬ੍ਰੈਕਟ 'ਚ B + C ਸੀ, ਉਵੇਂ A ਮਲਟੀਪਲੀਕੇਸ਼ਨ ਦੇ ਵਿੱਚ ਬਸ BC ਹੋ ਗਿਆ। ਤੇ ਉਸ ਤੋਂ ਬਾਅਦ ਆਪਾਂ ਦੇਖੀਏ A ਬਾਹਰ ਰਿਹਾ ਇਸੇ BC ਬ੍ਰੈਕਟ 'ਚ, ਇੱਥੇ ਆਪਾਂ AB ਵਿੱਚ ਰੱਖ ਕੇ ਬ੍ਰੈਕਟ ਦੇ C ਨੂੰ ਬਾਹਰ ਕਰ ਦੇਣਾ। ਅਖੀਰ ਵਾਲੀਆਂ ਵੈਲਿਊਜ਼ ਬਾਹਰ ਰਹਿ ਜਾਂਦੀਆਂ ਹੁੰਦੀਆਂ ਨੇ ਜੀ। ਆਈਡੈਂਟੀਟੀ ਦੀ ਗੱਲ ਕਰ ਲੈਂਦੇ ਹਾਂ ਜੀ। ਆਈਡੈਂਟੀਟੀ ਦੇ ਵਿੱਚ ਦੇਖੋ ਧਿਆਨ ਦੇ ਨਾਲ, ਹੁਣ ਮੈਂ ਐਡੀਸ਼ਨ ਦੀ ਜਿਹੜੀ ਕੀਤੀ ਸੀ ਉਹਨੂੰ ਇੱਕ ਵਾਰ ਆਪਾਂ ਰਿਵਾਈਜ਼ ਕਰੀਏ ਮਾੜਾ ਜਿਹਾ ਕਿ ਐਡੀਸ਼ਨ ਦੇ ਵਿੱਚ ਆਪਾਂ ਨੇ ਕੀ ਕੀਤਾ ਸੀਗਾ ਜੀ? A ਦੇ ਵਿੱਚ 0 ਐਡ ਕੀਤਾ ਸੀਗਾ, 0 ਆਈਡੈਂਟੀਟੀ ਹੁੰਦੀ ਸੀਗੀ ਐਡੀਸ਼ਨ ਦੇ ਵਿੱਚ, ਯਾਨੀ ਕਿ ਹੈ ਨਾ 0 ਮੈਟ੍ਰਿਕਸ ਆਈਡੈਂਟੀਟੀ ਹੁੰਦੀ ਸੀ। ਪਰ ਇਹਦੇ ਵਿੱਚ ਆਈਡੈਂਟੀਟੀ ਮੈਟ੍ਰਿਕਸ ਆਈਡੈਂਟੀਟੀ ਹੋ ਜਾਏਗੀ ਜੀ। ਦੈਟ ਇਜ਼ ਆਪਾਂ ਕਹਿੰਦੇ ਨੇ A I ਆਈਡੈਂਟੀਟੀ ਹੋ ਜੂ ਇਕੁਅਲ ਟੂ A = I A।
ਹਾਂਜੀ ਸਟੂਡੈਂਟ, ਕਮਿਊਟੇਟਿਵਿਟੀ ਦੇ ਵਿੱਚ ਕੀ ਹੋਏਗਾ, ਕਮਿਊਟੇਟਿਵਿਟੀ ਐਡੀਸ਼ਨ ਦੀ ਗੱਲ ਕਰੀਏ ਤਾਂ ਆਪਣੇ ਕੋਲ AB ਇਕੁਅਲ ਟੂ B ਪਲੱਸ A ਹੋ ਜਾਂਦਾ ਹੁੰਦਾ ਸੀਗਾ, ਬਟ ਮਲਟੀਪਲੀਕੇਸ਼ਨ ਜਦੋਂ ਕਰਦੇ ਆ ਮੈਟ੍ਰਿਕਸਿਸ ਦੀ ਤਾਂ ਕਮਿਊਟੇਟਿਵਿਟੀ ਹੋਲਡ ਨਹੀਂ ਕਰਦੀ ਹੈਗੀ। ਠੀਕ ਹੈ, AB ਦੇ ਮਲਟੀਪਲਾਈ ਕਰਾਵਾਂਗੇ ਤਾਂ BA ਦੇ ਬਰਾਬਰ ਨਹੀਂ ਆਊਗੀ। ਸੋ ਆਪਾਂ ਕਹਿ ਸਕਦੇ ਹਾਂ, ਨੋਟ ਲਿਖ ਲਿਓ ਕਿ ਕਮਿਊਟੇਟਿਵਿਟੀ ਡਜ਼ ਨੋਟ ਹੋਲਡ। ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਰਿਜ਼ਲਟ ਦੀ ਗੱਲ ਕਰ ਲਓ ਕਿ ਜੇਕਰ A ਕੋਈ ਵੀ ਆਇਡੈਂਟੀਟੀ ਠੀਕ ਹੈ ਆਇਡੈਂਟੀਟੀ ਮੈਟ੍ਰਿਕਸ ਦੇ ਬਰਾਬਰ ਹੈ A ਮੈਟ੍ਰਿਕਸ, ਤਾਂ ਉਹਦੀ ਪਾਵਰ ਜਿੰਨੀ ਮਰਜ਼ੀ ਯਾਨੀ ਜਿੰਨੀ ਮਰਜ਼ੀ ਮਲਟੀਪਲੀਕੇਸ਼ਨ ਉਹਨੂੰ ਕਰੀ ਜਾਈਏ ਤਾਂ ਆਇਡੈਂਟੀਟੀ ਹੀ ਵਾਪਸ ਆਉਣੀ ਹੈ। ਠੀਕ ਹੈ ਜੀ, ਇਹ ਗੱਲ ਨੂੰ ਯਾਦ ਰੱਖ ਲਿਓ। ਤੇ ਇਹਦਾ ਰਿਜ਼ਲਟ ਹੈ ਜਿਹੜਾ ਉਹ ਐਜ਼ ਇਟ ਇਜ਼ ਮੈਂ ਦੱਸਦਾ ਤੁਹਾਨੂੰ। ਜਿਵੇਂ ਫੋਰ ਐਗਜ਼ਾਮਪਲ ਆਪਾਂ ਗੱਲ ਕਰੀਏ ਜੀ ਕਿ A ਮੈਟ੍ਰਿਕਸ ਕੋਈ ਵੀ ਆਪਣੇ ਕੋਲ ਆ ਗਈ ਜੀ 1 0 0 1 ਕਰਕੇ, ਹੈ ਨਾ। ਇਹ ਆਇਡੈਂਟੀਟੀ ਮੈਟ੍ਰਿਕਸ ਹੈ ਜਿਹੜੀ ਆਪਣੇ ਕੋਲ। ਠੀਕ ਹੈ, ਇਹ ਆਇਡੈਂਟੀਟੀ ਮੈਟ੍ਰਿਕਸ ਹੋਵੇ, ਦੇਖੋ ਜੀ ਉੱਪਰ ਲਿਖਿਆ ਨਾ ਕਿ ਰਿਜ਼ਲਟ 'ਚ A ਆਇਡੈਂਟੀਟੀ ਮੈਟ੍ਰਿਕਸ ਹੋਵੇ, A ਦੀ ਪਾਵਰ N ਵੀ ਆਇਡੈਂਟੀਟੀ ਆਊਗੀ। ਹੁਣ ਆਪਾਂ ਪਹਿਲਾਂ A ਦੇ ਲਈ ਆਪਾਂ A ਸਕੁਏਅਰ ਟਰਾਈ ਕਰ ਲੈਂਦੇ ਹਾਂ। A ਸਕੁਏਅਰ ਟਰਾਈ ਕਰ ਲੈਂਦੇ ਹਾਂ ਜੀ ਆਪਾਂ। A ਸਕੁਏਅਰ ਦਾ ਮਤਲਬ ਕੀ ਹੋ ਜਾਏਗਾ ਤੁਹਾਨੂੰ, A ਸਕੁਏਅਰ ਦਾ ਮਤਲਬ ਹੋ ਜਾਏਗਾ A ਇੰਟੂ A, ਦੈਟ ਇਜ਼ ਆਹ ਵਾਲੀ ਚੀਜ਼। ਹੁਣ ਮਲਟੀਪਲੀਕੇਸ਼ਨ ਮੈਂ ਮੰਨ ਕੇ ਚੱਲਦਾ ਵੀ ਸਾਰਿਆਂ ਨੂੰ ਆਉਂਦੀ ਹੈ ਜੀ, ਮਲਟੀਪਲਾਈ ਕਰਵਾ ਦਿਓ ਜੀ। ਸੋ 1 ਨੂੰ 1 ਨਾਲ ਕੀਤਾ 1 ਹੀ ਆ ਗਿਆ, 0 ਨੂੰ 0 ਨਾਲ ਕਰਾਂਗੇ 0 ਆ ਜਾਏਗਾ ਜੀ, ਕੁਛ ਨਹੀਂ ਲਿਖਣ ਦੀ ਲੋੜ। 0 ਨੂੰ 1 ਨਾਲ 0, 0 ਨੂੰ 0 ਆ ਗਿਆ। ਉਸ ਤੋਂ ਬਾਅਦ ਨੈਕਸਟ ਕਰਾਂਗੇ 1 0 0 0 1 0 ਆ ਗਿਆ ਜੀ। ਇਸ ਤੋਂ ਬਾਅਦ 0 ਨੂੰ ਕਰਾਂਗੇ 0 ਨਾਲ 1 ਨੂੰ 1 ਨਾਲ, ਸੋ 1 ਆ ਜਾਏਗਾ। ਲਓ ਜੀ ਆਇਡੈਂਟੀਟੀ ਐਲੀਮੈਂਟ ਆ ਗਿਆ। ਸੋ ਆਪਾਂ ਕਹਿ ਸਕਦੇ ਹਾਂ ਕਿ A ਸਕੁਏਅਰ ਵੀ ਕਿਹਦੇ ਬਰਾਬਰ ਆ ਗਿਆ ਜੀ, ਆਇਡੈਂਟੀਟੀ ਐਲੀਮੈਂਟ ਦੇ ਬਰਾਬਰ ਹੀ ਆ ਗਿਆ, ਆਇਡੈਂਟੀਟੀ ਮੈਟ੍ਰਿਕਸ ਦੇ ਬਰਾਬਰ ਹੀ ਆ ਗਿਆ। ਸੋ ਆਪਾਂ ਇਹ ਰਿਜ਼ਲਟ ਲੈ ਕੇ ਜਾਣਾ। ਸੋ ਇਹਦਾ ਮਤਲਬ ਕੀ ਹੋਏਗਾ, ਜਿੰਨੇ ਮਰਜ਼ੀ ਵਾਰ ਆਪਾਂ ਇਹਨੂੰ ਕਰੀ ਜਾਈਏ ਇਹਦੀ N ਵੀ ਕੀ ਆ ਜੂਗੀ ਜੀ, ਆਇਡੈਂਟੀਟੀ ਆ ਜੂ। ਸੋ ਇਹ ਰਿਜ਼ਲਟ ਹੈ। ਠੀਕ ਹੈ ਜੀ। ਸੋ ਇਸ ਤੋਂ ਬਾਅਦ ਹੁਣ ਆਪਾਂ ਕੁਐਸਚਨ ਕਰਨਾ ਜੀ। ਦੇਖੋ ਕੀ ਕਰ ਰਹੇ ਹਾਂ ਕੁਐਸਚਨ 'ਚ ਆਪਾਂ ਕਿ ਆਪਣੇ ਕੋਲ A ਹੈ ਕੋਈ ਵੀ ਆਈਟਾ ਤੁਹਾਨੂੰ ਪਤਾ ਹੀ ਹੈ, ਆਈਟਾ ਬਾਰੇ ਵੀ ਦੱਸ ਦਿੰਦਾ ਥੋੜ੍ਹਾ ਜਿਹਾ, ਵੈਸੇ ਤੁਹਾਨੂੰ ਪਤਾ ਸਾਰਿਆਂ ਨੂੰ। ਸੋ ਆਈਟਾ ਕੀ ਹੈ ਜੀ, ਆਈਟਾ ਦੀ ਵੈਲਿਊ ਹੈ -1 ਦਾ ਰੂਟ। ਠੀਕ ਹੈ ਜੀ। ਆਈਟਾ ਦੀ ਸਕੁਏਅਰ ਕਰ ਲੈਂਦੇ ਹਾਂ, ਉਹ ਕਿਹਦੇ ਬਰਾਬਰ ਆ ਜਾਂਦਾ ਜੀ 1 ਦੇ। ਆਈਟਾ ਦੀ ਕਿਊਬ ਕਰ ਲੈਂਦੇ ਹਾਂ -1 ਦੇ। ਆਈਟਾ ਦੀ 4 ਕਰ ਲੈਂਦੇ ਹਾਂ 1। ਆਹ ਰਿਜ਼ਲਟ ਯਾਦ ਰੱਖ ਲਿਓ ਜੀ, ਆਈਟਾ ਦੀ 4 ਹੈ ਜਿਹੜਾ ਉਹ 1 ਦੇ ਬਰਾਬਰ ਹੁੰਦਾ। ਠੀਕ ਹੈ ਜੀ। ਆਈਟਾ ਦੀ 4 ਕਿਹਦੇ ਬਰਾਬਰ ਹੈ ਜੀ, 1 ਦੇ ਬਰਾਬਰ ਹੁੰਦਾ। ਉਸ ਤੋਂ ਬਾਅਦ ਆਪਾਂ ਦੇਖ ਲਈਏ ਕਿ ਰਿਜ਼ਲਟ ਕਰਦੇ ਹਾਂ ਆਪਾਂ ਨਾਲ ਦੀ ਨਾਲ। ਦੇਖੋ A ਦਿੱਤਾ ਹੋਇਆ ਤੁਹਾਨੂੰ, A ਵਾਲੀ ਵੈਲਿਊ, A ਦੀ ਆਪਾਂ ਵੈਲਿਊ ਦੁਬਾਰਾ ਤੋਂ ਲਿਖ ਲਓ ਜੀ। A ਹੈ ਆਈਟਾ 0 0 ਆਈਟਾ। ਇਸ ਤੋਂ ਬਾਅਦ ਗੱਲ ਕੀਤੀ ਗਈ ਹੈ ਕਿ A ਦੀ ਪਾਵਰ 4n। ਠੀਕ ਹੈ, ਆਪਾਂ ਫਾਈਂਡ ਕਰਨੀ ਹੈ ਜੀ। A ਦੀ ਪਾਵਰ 4n ਦਾ ਮਤਲਬ ਕੀ ਹੋਏਗਾ, ਪਹਿਲਾਂ ਸਭ ਤੋਂ ਆਪਾਂ ਦੇਖੀਏ ਤਾਂ ਇਹ ਕੁਝ ਦਿਖ ਰਿਹਾ ਤੁਹਾਨੂੰ ਇਹਦੇ ਵਿੱਚ ਆਪਣੇ ਕੋਲ। ਜੇ ਆਈਟਾ ਆਪਾਂ ਬਾਹਰ ਕੱਢ ਲਈਏ ਇਹਦਾ ਆਇਡੈਂਟੀਟੀ ਐਲੀਮੈਂਟ ਬਣੂਗਾ ਜੀ, ਦੇਖੋ ਧਿਆਨ ਦੇ ਨਾਲ। ਹੁਣ ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਜੀ A ਇਕੁਅਲਸ ਟੂ ਆਈਟਾ ਬਾਹਰ ਨਿਕਾਲ ਲਓ। ਇੱਥੇ ਕੀ ਬਣ ਗਿਆ 1 0 0, ਇੱਥੇ ਕੀ ਬਣ ਗਿਆ ਜੀ 1। ਸੋ ਆਪਾਂ ਕਹਿ ਸਕਦੇ ਹਾਂ ਕਿ A ਦੀ ਵੈਲਿਊ ਆਈਟਾ ਤੇ I ਆਇਡੈਂਟੀਟੀ ਐਲੀਮੈਂਟ, I ਕਹਿ ਦਿੰਦੇ ਆਇਡੈਂਟੀਟੀ ਨੂੰ। ਠੀਕ ਹੈ ਜੀ। ਆਇਡੈਂਟੀਟੀ ਮੈਟ੍ਰਿਕਸ ਕਹਿ ਦਿੰਦੇ ਆਪਾਂ 2x2 ਆਰਡਰ ਦੀ। ਸੋ ਆਪਾਂ ਹੁਣ ਅੱਗੇ ਕੀ ਕਰਨਾ ਜੀ, A ਦੀ ਵੈਲਿਊ ਤਾਂ ਆਪਣੇ ਕੋਲ ਆ ਗਈ, ਦਿਸ ਇੰਪਲਾਈਜ਼ ਲਿਖ ਲਓ ਕਿ A ਦੀ ਵੈਲਿਊ ਹੈ ਜਿਹੜੀ ਆਈਟਾ ਇੰਟੂ ਆਇਡੈਂਟੀਟੀ ਮੈਟ੍ਰਿਕਸ ਹੋਗੀ ਜੀ। ਇਸ ਤੋਂ ਬਾਅਦ ਆਪਾਂ ਗੱਲ ਕੀ ਕਰਨੀ ਸੀਗੀ ਜੀ, A ਰੇਜ਼ ਟੂ ਪਾਵਰ 4n, ਇਹੀ ਫਾਈਂਡ ਕਰਨਾ ਸੀ। ਆ ਦੇਖੋ ਲਿਖਿਆ ਹੋਇਆ। ਠੀਕ ਹੈ ਜੀ, A ਰੇਜ਼ ਟੂ ਪਾਵਰ 4n। ਸੋ ਇਹਦੀ ਪਾਵਰ 4n ਦੀ ਵੈਲਿਊ ਹੋਏਗੀ, ਧਿਆਨ ਦਿਓ ਬਹੁਤ ਜ਼ਿਆਦਾ। A ਦੀ ਵੈਲਿਊ ਕੀ ਆਪਣੇ ਕੋਲ ਦਿੱਤੀ ਹੋਈ, ਠੀਕ ਹੈ। A ਦੀ ਵੈਲਿਊ ਚੈੱਕ ਕਰੋ ਜੀ, ਆਈਟਾ ਆਇਡੈਂਟੀਟੀ ਪਾਵਰ 4 ਆ ਗਈ। ਤੇ ਹੁਣ ਇਸ ਤੋਂ ਬਾਅਦ ਦੇਖੋ ਜੀ, ਆਈਟਾ ਨੂੰ ਪਾਵਰ ਕੀ ਦੇ ਦਈਏ ਜੀ 4 ਦੇ ਦਈਏ ਅਲੱਗ ਤੋਂ, ਤੇ ਆਇਡੈਂਟੀਟੀ ਨੂੰ ਪਾਵਰ ਕੀ ਦੇ ਦਈਏ ਜੀ 4 ਦੇ ਦਈਏ। ਹੁਣ ਧਿਆਨ ਦਿਓ ਜੀ ਬਹੁਤ ਜ਼ਿਆਦਾ ਕਿ ਆਈਟਾ ਦੀ 4 ਕਿਹਦੇ ਬਰਾਬਰ ਲਿਖਵਾਇਆ ਹੋਇਆ ਮੈਂ ਕਿ 1 ਹੁੰਦਾ ਰਿਜ਼ਲਟ। ਜੇ ਆਇਡੈਂਟੀਟੀ ਹੈ ਇਹਦੀ ਪਾਵਰ ਜਿੰਨੀ ਮਰਜ਼ੀ ਕਰ ਲਓ ਕੀ ਆ ਜਾਂਦਾ ਜੀ, ਆਇਡੈਂਟੀਟੀ ਆ ਜਾਂਦੀ ਹੈ। ਸੋ ਸੋਲਵ ਕਰਾਂਗੇ 1 ਇੰਟੂ ਆਇਡੈਂਟੀਟੀ। ਸੋ ਇਹਦੀ ਪਾਵਰ 4n ਹੈ ਜਿਹੜੀ ਆਇਡੈਂਟੀਟੀ ਬਣ ਜੂਗੀ ਜੀ। ਆਇਡੈਂਟੀਟੀ ਦੀ ਵੈਲਿਊ ਕੀ ਹੋਏਗੀ ਤੁਹਾਡੇ ਕੋਲ, ਆਇਡੈਂਟੀਟੀ ਦੀ ਵੈਲਿਊ ਹੋਏਗੀ ਜੀ 1 0 0 1। ਸੋ ਇਹ ਆਨਸਰ ਆ ਜਾਏਗਾ। ਆਪਸ਼ਨ ਨੰਬਰ C ਇਜ਼ ਕਰੈਕਟ। ਠੀਕ ਹੈ ਜੀ, ਆਪਸ਼ਨ ਨੰਬਰ C ਇਜ਼ ਕਰੈਕਟ। ਸੋ ਇਹਨੂੰ ਯਾਦ ਰੱਖ ਲੈਣਾ ਆਪਾਂ ਨੇ। ਇਸ ਤੋਂ ਬਾਅਦ ਨੰਬਰ 5 ਕੁਐਸਚਨ ਕਰਦੇ ਹਾਂ ਜੀ ਫਟਾਫਟ। 5 ਨੰਬਰ ਕੁਐਸਚਨ ਦੇ ਵਿੱਚ x ਦਿੱਤਾ ਹੋਇਆ ਜੀ ਤੁਹਾਡੇ ਕੋਲ 3 1 -4 -1 ਫਾਈਂਡ x ਰੇਜ਼ ਟੂ ਪਾਵਰ n। ਹੁਣ ਇਹ ਗੱਲ ਯਾਦ ਰੱਖ ਲੈਣੀ ਹੈ ਇੱਕ ਕਿ ਇਹ ਜਿਹਾ ਕੁਐਸਚਨ ਹੈ ਜੇਕਰ x ਦਿੱਤਾ ਹੋਇਆ ਤੇ x ਰੇਜ਼ ਟੂ ਪਾਵਰ n ਕਰਨੀ ਆ। ਇਹ ਆਪਣੇ ਕੋਲ ਆਇਡੈਂਟੀਟੀ ਨਹੀਂ ਹੈ, ਸੋ ਕੋਈ ਹੋਰ ਚੀਜ਼ ਹੈ। ਇਸ ਲਈ ਆਪਾਂ ਹੁਣ ਕੀ ਕਰਨਾ, ਬਹੁਤ ਧਿਆਨ ਦਿਓ। ਹੁਣ ਮੈਂ ਇੱਕ ਐਗਜ਼ਾਮਪਲ ਕਰਵਾਉਣਾ ਸਭ ਤੋਂ ਪਹਿਲਾਂ ਤੁਹਾਨੂੰ। ਐਗਜ਼ਾਮਪਲ ਦੇ ਵਿੱਚ ਧਿਆਨ ਦਿਓ ਜੀ ਕਿ ਆਪਾਂ ਜੇਕਰ ਮੰਨ ਲਈਏ ਕਿ A ਦੀ ਵੈਲਿਊ ਕੁਛ ਆਪਣੇ ਕੋਲ ਹੈਗੀ ਹੈ ਜੋ ਵੀ ਆ, ਤੇ A ਦੀ ਪਾਵਰ ਮੰਨ ਲਓ ਇਹ ਚੀਜ਼ ਹੋਗੀ ਤੁਹਾਡੇ ਕੋਲ 2 1 1 3 ਕੁਛ ਐਵੇਂ ਦੀ, ਤੇ A ਦੀ ਵੈਲਿਊ ਤੋਂ ਬਾਅਦ A ਦੀ ਪਾਵਰ n ਆ ਜਿਹੜੀ ਉਹ ਕੁਛ ਸਫੀਸ਼ੀਐਂਟ ਐਵੇਂ ਦੀ ਚੀਜ਼ ਹੋਗੀ। ਮੰਨ ਲਓ 3 1 ਕਹਿ ਲਓ, ਚਾਹੇ 1 ਕਹਿ ਲਓ, ਨਾਲ 3n ਕਹਿ ਲਓ। ਹੁਣ ਇੱਕ ਦੀ ਵੈਲਿਊ ਆ ਮੰਨ ਲਓ ਫੋਰ ਐਗਜ਼ਾਮਪਲ, ਤਾਂ ਆਪਾਂ ਇੱਥੇ ਹਿੱਟ ਐਂਡ ਟਰਾਇਲ ਯੂਜ਼ ਕਰ ਲੈਣਾ। ਡੈਟ ਇਜ਼
एन की थां ते 1 पुट करके ए की वैल्यू लैके आने की कोशिश करनी है। दैट इज़ आ देखो बहुत ध्यान नाल कि ए की वैल्यू आ है, मान लो एक्स की वैल्यू है ना लिखी हुई, एक्स की वैल्यू है, चलो ए की एक्स की कुछ भी ले लो, यानी कि अपने को वैल्यू बराबर रखी हुई है। सो ये वैल्यू आ गई जी। हुण अपने एक्स रेज़ टू पावर एन फाइंड करना, क्यों ना आप इत्थे 1 पुट कर लीए, 1 पुट करके एक्स की वैल्यू निकले आऊ, जे एक्स की वैल्यू हुई तो यही होएगी, ठीक है जी। जे इत्थे 1 ये एक्स की पावर एन दी वैल्यूज़ ने दित्तियां हुई, समझो क्वेश्चन नूं, ये जी एक्स की पावर एन दी वैल्यूज़ दित्तियां हुई। हुण आपां क्यों ना ये आह वैल्यूज़ दे विच 1 पुट कर लिए एक्स का, तो एक्स की वैल्यू आ जू एज इट इज़, जे आ गई ठीक है, नहीं आई तो ना सही गलत हो जाएगा क्वेश्चन। हुण देखो जी सल्यूशन देखो जी इसका। सो हुण मैं की कर लग्या जी, एक्स की वैल्यू 1 पुट करके एक्स कड्ढन लग्या नवां। हुण बाय ऑप्शन चलना पेगा जी, मैनू सब तो पहले मैं ए ऑप्शन चैक कर लेना जी। ए ऑप्शन चैक करूँगा जी, वैल्यू पुट करो 1 तो आ जाएगा 3, वैल्यू पुट करो 1 की आ जाएगा जी -4, 1 पुट करो जी 1 पुट करो जी आ चीज़, यानी कि हुण तुसीं ध्यान दो कि यह वैल्यू है जी निकली एक्स की, थोड़े को 1 पुट करके इनू ए ऑप्शन में है ना, यह वैल्यू के बराबर आ रही है। देखो 3 1 मैच कर गया -4, बट हुण -1 भी मैच कर गया। लो जी हुण तुसीं ध्यान दो थोड़ा जिहा, जेकर आप देखिए कि -n दे नाल अपने को 1 1 पुट करिए असीं आपां, 3 दे नाल 3 आ गया, लो जी वेरी गुड, -4 नाल -4 आ गया, n दे नाल 1 आ गया, -1 था, ठीक है जी। हुण तुसीं देखो जी n की वैल्यू, ठीक है 1 पुट की तो -1 आ गया। सो आप कह सकते हैं कि ए ऑप्शन इज़ करैक्ट आंसर, ठीक है जी। इस तो बाद अगला क्वेश्चन भी अच्छा क्वेश्चन है जी, बहुत अच्छे तरीके नाल देखो जी। मल्टीप्लिकेशन मैं मन के चलदा भी तुहानूं आंदी है जी। सब तो पहले ए की वैल्यू है, ए की पावर 64 की वैल्यू कढनी है। सब तो पहले ए की स्केयर कड्ढो जी, स्केयर कड्डांगे जी तो अपने को आ जाएगी 1 0 1/2 1। जेकर नाल लिखती है स्केयर का, क्योंकि सारिਆਂ ਨੂੰ मल्टीप्लिकेशन तो आती ही है, ओबीएस है। तो हुण ए दी स्केयर दैट इज़ इनू मल्टीप्लाई कराओ जी। हुण 1 ਨੂੰ 1 ਨਾਲ करवा दिंदे जी, 1 आ गया, हाफ ਨੂੰ 0 ਨਾਲ 1 ही रह जाऊगा, 0 ਨੂੰ 0 ही आ गया। हुण 1 ਨੂੰ हाफ ਨਾਲ कराया, हाफ ਨੂੰ हुण ध्यान दो जी, 1 ਨੂੰ हाफ ਨਾਲ कराया हाफ, प्लस हाफ ਨੂੰ 1 ਨਾਲ करवाया हाफ, है ना। 1 ਨੂੰ की कर देंगे हुण अगे जी, 0 ਨੂੰ हाफ ਨਾਲ करवा देंगे, 1 ਨੂੰ 1 ਨਾਲ करवा देंगे, 1 आ जाएगा, 1 आ जाएगा। सो आप सॉल्व करके देखिए इनू, तो अपने को की जाता पिया जी 1 हाफ हाफ की हुंदा जी 1 हुंदा, 0 1 आ गया। यानी आप कह सकते हैं कि ए स्केयर की वैल्यू हुण ध्यान दो जी की आ गई, ए स्केयर बराबर आ गया जी 1 0 0 1 1 1 0 1 1 0 बोलिया गया जी 1 1 है ना। तो ए स्केयर की वैल्यू आ गई। तो हुण इस तो बाद ए की 4 कढ़ लो जी, ए दी 4 कढ़ांगे तो की होएगा जी, ए दी 4 किहदे बराबर है, हुण ध्यान दो, ए दी 4 बराबर ए स्केयर इंटू ए स्केयर, ठीक है जी। यानी कि ए स्केयर इंटू ए स्केयर, यानी ए स्केयर की वैल्यू लिख लो जी, ए स्केयर की वैल्यू आ वाली है 1 1 0 1, तो नाल ही ए स्केयर की लिख लो 1 1 0 1। हुण इन्हां दी मल्टीप्लाई करवा दो जी, फिर एवें करके है ना, 1 ਨੂੰ 1 ਨਾਲ करांगे तो अपने को की आ जाएगा जी 1 आ जाएगा। उस तो बाद आप हुण अगे देखिए 1 ਨੂੰ 0 ਨਾਲ करा के खत्म होगी वैल्यू, 0 ਨੂੰ 1 ਨਾਲ करवा दो जी 0 आ जाएगी, 1 ਨੂੰ 0 ਨਾਲ करावांगे 0 आ जाएगी। इस तो बाद 1 ਨੂੰ 1 ਨਾਲ करवावांगे 1 आ गया, 1 ਨੂੰ 1 ਨਾਲ करावांगे, हुण ध्यान दो जी 1 + 1 आ जाएगा। हुण अगे 0 ਨੂੰ 1, यानी कि अपने को वैल्यू है जी ए दी 4 दी, की आ जाएगी जी 1 2 0 1। सो ए दी 4 दी। हुण ध्यान दो थोड़ा जिहा, हुण जेकर आपां ए दी वैल्यू देखदे सीगे जी, कल्ली आह सीगी, हुण ए दी जदों स्केयर आई ना तो आह वाली वैल्यू आई, यानी कि तुसीं देखो 1 सेम रह रहा, 0 भी सेम रह रही है, ठीक है जी। मेरे फिंगर ते पेन वाल देखो ध्यान नाल, 1 सेम रह रहा, 0 सेम रह रही है। इनू छड्ड दो 1 मिनट लई, इनू देखो 1 आ रहा, ठीक है जी। सो ये विच ही चक्कर आ जानी कि सारी वैल्यू का, ये किन्ने नाल मल्टीप्लाई होकर 1 बना सकता, 2 नाल। चलो अगे भी देखते हैं भी फिर 2 नाल हो रहा। जे अगे ए स्केयर तो बाद ए दी 4 देखिए, इनू भी देखो डबल कर लीए तो देखो हुण ए दी स्केयर ते ए दी 4 नूं ध्यान नाल देखो कि अपने कोल 1 दा 1 नहीं आ रहा, उस तो बाद 0 का 0 1 का 1 नीचे है ना आ रहा, देखो 1 दे 1 आ रहा। हुण पंगा फिर इत्थे ही है, बस इत्थे ही चक्कर पैंदा, यानी इत्थे हुण 1 नूं कितना मल्टीप्लाई करा दिए, 2 नाल करा दिए तो 2 आ जाऊगा, 1 नूं 2 नाल कराइए देखो 2 आ गया। सो इसदा मतलब इत्थे ही चक्कर पैंदा, जिन्नी आपां मल्टीप्लाई करवाई जा रहे हैं उन्नी पावर है जिहड़ी किहदी वधी जा रही है, वैल्यू किहदी वधी जा रही है, इस वैल्यू की वधी जा रही है वैल्यू, यानी कि जिन्नी मल्टीप्लाई करवावांगे उन्नी वैल्यू उहदी वधेगी। हुण ए दी 4 है जिहड़ी वो ए दी स्केयर दा स्केयर सीगी ना एक तरीके नाल, हुण ए दी जिन्नी करांगे आपां वैल्यू उन्नी अपने कोल पावर दे विच वैल्यू वधी जाऊगी जी। हुण देख लो जी, हुण ए दी आपां 4 ते 4 ये मल्टीप्लाई कर सकते हैं, यानी कि बन जू चौकम चौकी 16, ठीक है। सो अपने को पावर है जी सॉरी वध के अपने को 8 हो जूगी है ना, ए दी 4 ते 4 आप कर देंगे क्योंकि प्लस होंगे प्रोडक्ट में पावर तो अपने को 16 कह गया मैं गलती 8 आ जाएगा है ना। उस तो बाद हम आप देखिए तो ਇਹਦੇ ਵਿੱਚ ਕੀ ਹੋਏਗਾ, ਜੇ 8 ਆ ਗਿਆ, ਬਹੁਤ ਧਿਆਨ ਨਾਲ ਦੇਖ ਲਿਓ, ਜੇ 8 ਆ ਗਿਆ ਨਾ ਫਿਰ ਆਪਣੇ ਕੋਲ ਹੋ ਜਾਏਗਾ ਜੀ 2 ਨਾਲ ਫਿਰ ਮਲਟੀਪਲਾਈ ਇਹਦੀ ਕਰਵਾ ਦਿਓ, ਹੋਰ ਕੁਝ ਵੀ ਨਾ ਛੇੜੋ, ਆਪਾਂ 2 ਨਾਲ ਕਰੀਏ 4 ਤੇ 1 ਆ ਜਾਏਗਾ। ਇਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਜੀ ਅੱਗੇ ए दी
8 इंटू ए दी 8 कितना बनेगा 16 आ जाएगी पावर। जे 16 आ गई तो ये फिर 2 नाल मल्टीप्लाई करवा दो जी 1 2 दा 8 0 1। हुण उस तो बाद ए दी 16 नूं ए दी 16 करांगे तो ए दी 32 आ जाऊगी 32। सो उहदे लई ए दी 16 इंटू ए दी 16 ये थोड़ा ठीक है सॉल्व करने का मैथड है कि तुसीं किवें कर सकते हो। हुण इहनूं देखो तो अपने कोल की आ जाएगा जी 1 एमी 0 एमी 1 एमी इत्थे 2 नाल करावांगे तो 16 आ जाएगा यानी 32 नाल 32 आ जाएगा। सो वो तुसीं अगे फरदर सॉल्व करना तो कमेंट करना कि किवें तुसीं क्वेश्चन नूं कीता अगे सॉल्व है ना अगे क्योंकि मैं करवा तो दिता लगभग सारा एक स्टैप तो तुसीं कर सकते हो। इस बार देखो जी ध्यान नाल बहुत इंपॉर्टेंट वैरी इंपॉर्टेंट रिजल्ट जिन्होंने कह दिंदे जी वो रिजल्ट बन जाएगा जी ये कि जेकर ए बी की वैल्यू अपने कोल बी दे बराबर आ जाती है तो बी ए की वैल्यू ए दे बराबर आ जाती है तो ए स्केयर की किहदे बराबर आ जाती है। यदा डायरैक्ट रिजल्ट याद कर लियो जी जेकर ए भी बी दे बराबर है बी ए दे बराबर है तो ए स्केयर ए दे बराबर आ जाऊगी। ठीक है जी ए स्केयर किहदे बराबर आ जाएगी जी ए दे बराबर आ जाएगी। पर इनू मैं सॉल्व करके दिखाना तुहानूं एक बार है ना क्योंकि कई बच्चों नूं हुंदा कि है ना कई बार टीचर से कहन लग जाते हैं भी टीचर ने करवाया नहीं है ना। चलो सो मैं तो रिजल्ट ही याद करने वैसे आप मास्टर कैडर की ज़्यादातर फिर भी आप करते हैं जी ए बी बराबर बी। देखो जी लिखो आप ए बी है ना जिहड़ा वो बी दे बराबर है मान लो तो उस बाद बी है जिहड़ा ए दे बराबर है। लो जी बी है जिहड़ा वो ए दे बराबर है जी तो आपां नूं वैल्यू किहदी कहती ए स्केयर दी। हुण बहुत ध्यान नाल इहनूं समझण दी कोशिश कर लो जी। हाँ जी स्टूडेंट्स जिवें आपां देख रहे सीगे कि ए स्केयर की वैल्यू है ना ए स्केयर की वैल्यू ए दे बराबर है तो इत्थों आपां इहनूं प्रूफ भी कर सकते सी जिवें वो सीगा अपने कोल कि जिवें ए स्केयर आ उहनूं आपां ने ए कहता। ठीक है जी ए स्केयर नूं ए कहता तो ए कहता हुण आपां एक्चुअल च बनाउणा की सीगा ए स्केयर की वैल्यू सॉल्व करनी सीगी। ए स्केयर नूं आपां लिखीए किवें सॉल्वेशन करदे हां हुण इहदी देखो सॉल्यूशन की है इहदा रिजल्ट है देखो जी ए स्केयर की वैल्यू ए होगी। हुण ए स्केयर नूं कह की सकते हैं जी आपां ए इंटू ए कह सकते हैं बिल्कुल कह सकते हैं तो ए इंटू ए कहता तो ए दी वैल्यू की है जी अपने को देखो ध्यान दो जी बी ए। सो आप ए की जगह तो बी ए दी जगह तो भी बी ए लिख लो जी लिखता अपने वो तो बाद हम ध्यान दो जी कि जी ए बी है टोटल बन गई विच तो ए बी की जगह तो बी लिख सकते हैं वाला आ बी एम ही लिख लो तो ए बी की जगह तो की लिख लो जी बी लिख लो तो नाल की अपने को ए लिख लो। हुण देखो जी हुण बी तो ए किहदे बराबर है जी ए दे बराबर है। सो इक्वल टू बी तो बी ओ रहन देवांगे बी ए की जगह तो आप ए लिख लाँगे। हुण बी ए किहदे बराबर है जी बी ए किहदे बराबर आ देखो फिर ए दे बराबर यानी आ बी ए की जगह तो भी मैं की लिख लवां ए लिख लवां। सो सॉल्व हो गया कि ए स्केयर ए दे बराबर एवं सेम है सिमिलरली बी स्केयर बी दे बराबर हो जाएगा जी। सिमिलरली हुण ए स्केयर प्लस बी स्केयर किहदे बराबर है हुणे सॉल्व किया ए दे बी स्केयर किहदे बराबर है बी दे। सो ए स्केयर प्लस बी स्केयर ए प्लस बी दे बराबर है जी इन्नी की गल है जी। इस तो बाद अगे चलते हैं आप अगे देखिए तो 8th नंबर क्वेश्चन आ वाला आ गया जी। ये भी तुसी की करोगे जी इनू सल्यूशन किया जा सकता आप दूसरी तो सॉल्व कर सकते हैं जेकर आप इनू करना हो बट आप रिजल्ट के तौर पर याद रखते हैं कि इफ ए इज़ स्केयर मैट्रिक्स जे ए कोई भी स्केयर मैट्रिक्स हुई 2/2 की 3/3 की जी भी हुई दैन आप कह सकते हैं कि जोड़ा ए इनवर्स बी ए रेस टू पावर एन यानी कि देखो जी ये वाली चीज़ों का इनवर्स हो गया ए का इनवर्स ए ठीक है तो उस बाद बी सेंटर चाहिए यदि पावर एन जो पावर एन हो ए इनवर्स जिमें कोई भी इनवर्स वाली चीज़ है जी खत्म हो जूगी जी ये उत्ते पावर रह जू खत्म होने का मतलब है नहीं कि खत्म कर देनी आप यानी कहने का मतलब इन्हों आप कुछ नहीं करना। ठीक है जी पावर है जी कि उत्ते देनी है सारी जी अपने को विदाउट इनवर्स आह चीज़ बैठी है अलग तो सेंटर वाली वैल्यू आ पावर इनू दे देनी है यह रिजल्ट होंगे दैट इज़ हुण आपां इहदे की कह सकते हैं जी जिवें ए इनवर्स ए बी आ लो जी सॉल्व करते हैं आप ए इनवर्स बी ए इनवर्स है जी तो हुण इहदे विच ध्यान दो रेस टू पावर एन आ तो इनू कुछ नहीं करना है आपां ने। ठीक है जी ए सॉरी उरे ए इनवर्स नहीं है ए है इनू कुछ नहीं करना आपां बी रह गया यानी इनू एवें ही रख लो बी की पावर है जी वो लिख लेनी है जी आ वाली एन सो ए आ जूगी। हुण जिवें फॉर एग्जाम्पल अपने को जे एवें हुंदा जी ये कि ए इनवर्स बी ए दी स्केयर हुंदी तो यदी वैल्यू की आनी सी। हुण मैं सोल्यूशन करके भी दस दिंदा जी तुहाडे कोल यदी वैल्यू आनी की सी पहलां ये सोच लो ये पावर मैं की कहा रिजल्ट के तौर पर कि आ चीज़ बी नूं दे देनी है पावर बस ये आना चाहिए ना। हुण क्यों आंदा है किवें आऊगा वो मैं दस दिंदा एक बार। लो जी सल्यूशन करते हैं इहदा कि जिहड़ा ए इनवर्स बी ए है ना जब स्केयर करांगे जी आपां उस बाद इहनूं दो बार लिख सकते हैं आपां ए इनवर्स बी ए
इंटू ए इनवर्स बी ए। इस तो बाद हुण देखो जी, हुण पिछले इनवर्स वाली वैल्यू है जिहड़ी वो आपां की कह सकते हैं जी खत्म हो सकती है, तो सैकेंड इनवर्स वाली वैल्यू भी खत्म हो सकती है। रह गया अपने कोल बी इनवर्स। सो क्वेश्चन जिहड़ा समाप्त हो जाऊगा, खत्म हो जाऊगा। इस तो बाद अगे देखो जी, इनू तुसीं सीधा डायरैक्टली याद रखोगे रिजल्ट ते, क्योंकि मास्टर कैडर दे विच देखो जी पेपर क्लीयर करने लई फास्ट ट्रैक के रिजल्ट्स की जरूरत है, याद करने वध तो वध रिजल्ट्स तुसीं, ठीक है जी। सो इस तो बाद आपां ट्रांसपोज की गल कर लैंदे। सिंपली ट्रांसपोज सारिਆਂ ਨੂੰ पता है जी कि ट्रांसपोज की हुंदा। कोई भी ए मैट्रिक्स फॉर एग्जांपल आप देती, ठीक है, इत्थे आप चलो एग्जांपल कर लें जी। ए मैट्रिक्स देती फॉर एग्जांपल 2 3 1 1 8 ले लो। हुण इहदा ट्रांसपोज करना जी, आपां ने ट्रांसपोज कर देंगे ए टी लिख के। तो हुण देखो रो नूं कॉलम दे विच, कॉलम नूं रो च, यानी आह रोज़ ने इन्हां नूं कॉलम बना दो। जिवें 2 3 रो है, इनू कॉलम बना दो 2 3 नूं, बनाता जी। तो आह जिहड़ा 1 8 आ ये रो आ, इनू कॉलम बना देना सैकेंड 1 8। सो ये आंसर आ जाएगा। यानी कहने का मतलब रो कॉलम च, कॉलम रो च। बस ये गल याद रख लो जी, रो कॉलम च ट्रांसफर हो जाएगा तो कॉलम रो दे विच ट्रांसफर हो जाएगी, ठीक है जी। हुण देखो जिमें एक मैट्रिक्स ए आ, ठीक है जी, ਉਹਦੇ ਵਿੱਚ ਤੁਸੀਂ m क्रॉस n लिखती, ਇਹ ਕੀ ਆਪਣੇ ਕੋਲ रो, ਇਹ ਕੀ ਹੈ ਜੀ कॉलम। ਹੁਣ ਜਿਹਦਾ ਇਹ ट्रांसपोज ਲੈਣਾ ਤਾਂ चेंज हो जू, ਜਿਹੜਾ कॉलम आ रो बन जू, यानी कि n क्रॉस m बन जूगी। याद रखो प्रॉपर्टीज़, जेकर दो मैट्रिसिस नूं सम कर लिता जाए या सबट्रैक्ट कर लिता जाए और उस तो बाद ट्रांसपोज लिता जाए, वो बराबर आऊगा जी जे आपां अलग अलग दोहे मैट्रिसिस का ट्रांसपोज लैके उन्होंने सम या सबट्रैक्ट कर लीए। उस तो बाद के कॉन्सटेंट हो जाता जी, कोई भी ए रेस टू पार, यानी कि आप कहते हैं कि ट्रांसपोज तो के दे उपर, यानी कॉन्सटेंट के उत्ते ट्रांसपोज कोई भी असर नहीं करेगा जी। उस तो बाद तुहाडे कोल की रह जाएगा, ए रह जू, ए दे उत्ते ट्रांसपोज जिहड़ा वो लग जाएगा, ट्रांसपोज जिहड़ा वो लग जाएगा। इस तो बाद आप अगे देखना जी, जिवें ए बी टी, हुण ये अच्छा ला है जी, रिवर्सल ला बोल देंगे इनू आपां। जे ए बी की प्रोडक्ट दी है वह ट्रांसपोज करना, तो पहला बी का ट्रांसपोज हो जाएगा इंटू ए का ट्रांसपोज हो जाएगा, क्योंकि कम्यूटेटिविटी प्रॉपर्टी होल्ड नहीं करती मल्टीप्लीकेशन से। सो ए बी का ट्रांसपोज बराबर बी का ट्रांसपोज तो ए का ट्रांसपोज। उस तो बाद जो ट्रांसपोज का ट्रांसपोज ले लीए तो कट्टिया जाता होंदा, खत्म हो जाता, ए रह जाती है कल्ली। ये चीज़ अपने को सॉल्व कर लेनी आपां। इस तो बाद आप अगे चलते हैं जी नैक्सट देखो जी, क्वेश्चन थोड़ा लास्ट क्वेश्चन आज दे दिंदा से। इस तो बाद बाकी होर फिर अगले लेक्चर च करांगे जी। इफ़ ए इज़ अ 3/4 मैट्रिक्स, देखो जी 3/4 आ गई, यानी ये तो नंबर ऑफ की हो गई जी थोड़े कोल रोज़ हो गई, ये नंबर ऑफ कॉलम्स हो गई जी। इस तो बाद आप की कह सकते हैं, सच दैट बोथ ए ट्रांसपोज बी एंड बी ए ट्रांसपोज आर डिफाइंड। डिफाइंड का मतलब की है जी कि जो इसका ऑर्डर आ उही एदा, जो एदा ऑर्डर आ उही एदा, ठीक है जी। यानी कि सेम ऑर्डर के विच आपां पहला गल करिए कि मल्टीप्लीकेशन करनी है मैट्रिक्स का ऑर्डर की होएगा, सेम होएगा, तो आपां कहते हैं डिफाइन है जी। दैन बी टाइप, बी की होएगी, ये गल अपने ध्यान दे नाल देखनी आ। सो ए मैट्रिक्स है जिहड़ी किहड़ी है जी, सोल्यूशन देखो इहदा अच्छे तरीके दे नाल। ए इज़ 3/4 मैट्रिक्स सच दैट ए कोई भी एक अपने कोल की होगी जी, एम ए दी मैट्रिक्स होगी कि नंबर ऑफ रोज 3 तो 4। मान लो एम ए दा अपने को 1 2 3 4 1 2 3 4 1 2 3 4 एवें दे कुछ एलीमेंट हो गए, यानी ये किहड़ी चलती पई है जी 3/4 की। हुण आपां ध्यान रखने इस गल का कि जेकर आपां इहदा ट्रांसपोज करिए, क्योंकि उन्हें कहा ना ए ट्रांसपोज बी एंड बी ए ट्रांसपोज दोनों डिफाइन ने, यानी इहदा आपां की करिए जी। हुण जे ए दा ट्रांसपोज करांगे तो अपने कोल की बन जाएगा, ध्यान दिओ हुण बहुत ज़्यादा है ना। तो इहदा अपने कोल बन जाएगा जी आह 4 रो दे विच 4 कॉलम ने, इन्हां नूं हुण रो बना लेना 1 2 3 4 1 2 3 4 1 2 3 4, यानी कि रो कॉलम बन गए, कॉलम रो बन गए। जेकर ये 4 3 दी सी 3 4 दी सी कि बन जाएगी जी 4 3, यानी कि 4x3 की मैट्रिक्स बन जाएगी। एवें हुण ध्यान दो जी, वो कहता कि इफ़ ए इज़ दिस बोथ ए डैश बी एंड बी ए डैश आर डिफाइंड, दैन बी देखना आपां ने। हुण आपां की देखिए कि ए दा ट्रांसपोज ले लिया, ਉਹਦੇ ਨਾਲ बी कर लो कोई भी। ਹੁਣ देखो जी ए ਦਾ ਕੀ ਲੈ ਲਿਆ, ट्रांसपोज ले लिया बी। देखो ਹੁਣ ए ट्रांसपोज ਦੇ ਨਾਲ ए ट्रांसपोज ਦੇ ਨਾਲ बी मैट्रिक्स ਲੈਣੀ ਆ। ਹੁਣ देखो ए ट्रांसपोज वाली मैट्रिक्स है ਜਿਹੜੀ ਉਹ ਕਿੰਨੇ ਆਰਡਰ ਦੀ ਆ, ਉਹ ਤਾਂ ਹੈਗੀ ਆ ਜੀ ਆਪਣੇ ਕੋਲ 4/3 ਆਰਡਰ ਦੀ मैट्रिक्स कोई भी बनी हुई है। ਹੁਣ ਇਹਦੇ ਨਾਲ जो मैट्रिक्स आएगी वो भी ऐसा ਕਿਹੜੀ आएगी जी 4/3 ਆਰਡਰ ਦੀ आएगी, 4/3 ਆਰਡਰ ਦੀ ਹੋਏਗੀ, क्योंकि सेम ਦੇ ਵਿੱਚ पॉसीबल है कि आप मल्टीप्लीकेशन कर दिए। समझ गए मेरी गल, ठीक है। 4/3 दी है तो ये भी अपने को की आनी चाहिए है, 4/3 की मैट्रिक्स आनी चाहिए है, ये गल आप श्योर कर सकते हैं। सो इस नाल आंसर बी आ जाएगा जी, ठीक है जी, अपना बी आंसर करैक्ट।
ਚਲੋ ਇੰਨਾ ਕਿ ਆਪਾਂ ਕਰ ਸਕਦੇ ਹਾਂ ਜੀ ਇਸ ਟਾਈਮ। ਤੇ ਇਸ ਤੋਂ ਬਾਅਦ ਹੁਣ ਜਿਹੜਾ ਨੈਕਸਟ ਹੋਏਗਾ ਉਹ ਕੁਐਸਚਨਸ ਆਪਾਂ ਡਿਸਕਸ ਕਰ ਲਾਂਗੇ ਆਪਣੇ, ਠੀਕ ਹੈ, ਜੋ ਵੀ ਹੋਊਗਾ, ਕਿਉਂਕਿ ਜੇ ਰੈਸਟ ਆਫ ਦੀ ਕੁਐਸਚਨਸ ਤੁਹਾਡੇ ਰਹਿੰਦੇ ਨੇ ਉਹ ਆਪਣੇ ਲਗਭਗ ਆਪਾਂ 4-5 ਲੈਕਚਰ ਇਹਦੇ ਯਾਨੀ ਕਿ ਆਪਾਂ 10 ਦਿਨ ਦਾ ਲਗਾ ਕੇ ਚੱਲਣਾ ਕਿ ਹਰ ਇੱਕ ਚੈਪਟਰ ਨੂੰ ਆਪਾਂ 8 ਤੋਂ 10 ਦਿਨ ਜ਼ਰੂਰ ਦਈਏ, ਕਿਉਂਕਿ ਆਪਾਂ 8 ਦਿਨ ਵੀਕ ਤਾਂ ਆਪਾਂ ਨੂੰ ਲਗਾਉਣਾ ਚਾਹੀਦਾ ਹੀ ਹੈ ਹਰ ਇੱਕ ਚੈਪਟਰ ਦੇ ਉੱਤੇ। ਚਲੋ ਵੀਕ ਤੋਂ ਕੁਝ ਚੈਪਟਰ ਨੇ ਜਿਹੜੇ ਉਹ ਘੱਟ ਵੀ ਹੁੰਦੇ ਨੇ ਵੀਕ ਤੋਂ।